ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਪ੍ਰੋਗਰਾਮ ਕਮਿਊਨਿਟੀ ਕਨੈਕਸ਼ਨ ਦੇ ਵਿੱਚ। ਅੱਜ ਅਸੀਂ ਗੱਲ ਕਰੂੰਗੇ ਮੈਂਟਲ ਹੈਲਥ ਐਂਡ ਵੈਲਨੈਸ ਦੇ ਉੱਤੇ। ਮੈਂ ਤੁਹਾਡੀ ਹੋਸਟ ਗੁਰਸ਼ਰਨ ਕੌਰ ਇੱਕ ਨਵਾਂ ਸੈਗਮੈਂਟ ਲੈ ਕੇ ਫਿਰ ਤੋਂ ਤੁਹਾਡੇ ਸਾਹਮਣੇ ਪ੍ਰਸਤੁਤ ਹਾਂ। ਅੱਜ ਮੇਰੇ ਨਾਲ ਇੱਥੇ ਪ੍ਰੈਜ਼ੈਂਟ ਨੇ ਨਵਜੋਤ ਚਹਿਲ, ਜਿਹੜੇ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਵਿੱਚ ਮੈਂਟਲ ਹੈਲਥ ਐਂਡ ਵੈਲਨੈਸ ਕੇਸ ਮੈਨੇਜਰ ਨੇ। ਨਵਜੋਤ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ। ਅੱਜ ਅਸੀਂ ਗੱਲ ਕਰਾਂਗੇ ਨਵਜੋਤ ਦੇ ਨਾਲ ਕਿ ਕਿਵੇਂ ਸਾਡੇ ਇਮੋਸ਼ਨਸ ਐਂਜ਼ਾਈਟੀ ਐਂਡ ਡਿਪਰੈਸ਼ਨ ਨੂੰ ਇੱਕ ਤਰੀਕੇ ਨਾਲ ਇਨਕਰੀਜ਼ ਕਰ ਦਿੰਦੇ ਨੇ, ਕਿਵੇਂ ਉਹਦੇ ਨਾਲ ਕਨੈਕਟਿਡ ਨੇ ਐਂਡ ਕਿਵੇਂ ਅਸੀਂ ਉਹਨੂੰ ਕੋਪ ਅਪ ਕਰ ਸਕਦੇ ਨੇ। ਇਹ ਜਿਹੜੇ ਟੌਪਿਕ ਦੀ ਰਿਕੁਐਸਟ ਆਈ ਹੈ ਸਾਨੂੰ ਬਹੁਤ ਸਾਰੇ ਜਣਿਆਂ ਤੋਂ ਆਈ ਹੈ, ਬਿਕਾਜ਼ ਐਜ਼ ਯੂ ਸੀ ਇਨ ਕੈਨੇਡਾ ਯੂਜੂਅਲੀ ਡਿਪਰੈਸ਼ਨ ਐਂਡ ਐਂਜ਼ਾਈਟੀ ਇੱਕ ਥੋੜ੍ਹੇ ਜਿਹੇ ਟਾਈਮ ਦੇ ਬਾਅਦ ਬਹੁਤ ਜ਼ਿਆਦਾ ਇਨਕਰੀਜ਼ ਹੋਣ ਲੱਗ ਜਾਂਦੀ ਹੈ। ਜਿਨ੍ਹਾਂ ਨੂੰ ਜਮਾ ਵੀ ਨਹੀਂ ਸੀ ਪਿੱਛੇ ਇੰਡੀਆ 'ਚੋਂ ਜਾਂ ਕਿਸੇ ਉਹਨਾਂ ਦੀ ਹੋਮ ਕੰਟਰੀ 'ਚੋਂ, ਉਹਨਾਂ ਨੂੰ ਇੱਥੇ ਆ ਕੇ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ। ਨਵਜੋਤ, ਇਹਦਾ ਰੀਜ਼ਨ ਕੀ ਹੈ ਕਿ ਜਿਹੜਾ ਇੰਨਾ ਸਾਰਾ ਡਿਪਰੈਸ਼ਨ ਐਂਜ਼ਾਈਟੀ ਕੈਨੇਡਾ ਦੇ ਵਿੱਚ ਆ ਕੇ ਇੱਕਦਮ ਤੇ ਜਿਹੜੀ ਸਾਡੀ ਪੋਪੂਲੇਸ਼ਨ ਹੈ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਪੋਪੂਲੇਸ਼ਨ ਹੈ ਜਾਂ ਇਮੀਗ੍ਰੈਂਟਸ ਨੇ, ਉਹਨਾਂ 'ਚੋਂ ਇਨਕਰੀਜ਼ ਹੋ ਜਾਂਦੀ ਹੈ? ਇਹ ਕਿਵੇਂ ਸਾਡੇ ਮੈਂਟਲ ਹੈਲਥ ਦੇ ਉੱਤੇ ਇਫੈਕਟ ਕਰਦੀ ਹੈ? ਦੇਖੋ ਗੁਰਸ਼ਨ, ਇਹਦੇ ਪਿੱਛੇ ਕੋਈ ਇੱਕ ਰੀਜ਼ਨ ਨਹੀਂ ਹੈ, ਪਰ ਜੇ ਆਪਾਂ ਗੱਲ ਕਰੀਏ ਕਿ ਐਂਜ਼ਾਈਟੀ ਐਂਡ ਡਿਪਰੈਸ਼ਨ ਨੂੰ ਮੇਨ ਫੋਕਸ ਕਹਿ ਸਕਦੇ ਹਾਂ ਕਿ ਕਿਹੜੀ ਚੀਜ਼ ਆ ਜਿਹੜੀ ਮੇਨ ਪ੍ਰਭਾਵ ਪਾਉਂਦੀ ਆ, ਜੋ ਜ਼ਿਆਦਾ ਇਸ ਚੀਜ਼ ਨੂੰ ਇੰਪੈਕਟ ਕਰਦੀ ਆ, ਉਹਦੇ ਰਿਗਾਰਡਿੰਗ ਆਪਾਂ ਕਹਿ ਸਕਦੇ ਹਾਂ ਕਿ ਉਹ ਆਪਣੇ ਇਮੋਸ਼ਨਸ ਨੇ। ਕਿਉਂਕਿ ਜਦੋਂ ਆਪਾਂ ਐਂਜ਼ਾਈਟੀ ਦੀ ਗੱਲ ਕਰਦੇ ਹਾਂ ਤਾਂ ਐਂਜ਼ਾਈਟੀ ਪਹਿਲਾਂ ਤਾਂ ਹੁੰਦੀ ਕਿਉਂ ਆ, ਰਾਈਟ? ਡਿਪਰੈਸ਼ਨ ਹੈ, ਡਿਪਰੈਸ਼ਨ ਹੁੰਦਾ ਕਿਉਂ ਆ? ਅਤੇ ਉਹਦੇ ਅੰਡਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਜੋ ਐਂਜ਼ਾਈਟੀ ਐਂਡ ਡਿਪਰੈਸ਼ਨ ਆ ਉਹ ਆਪਣੇ ਬੋਡੀ, ਥਾਟਸ ਐਂਡ ਫੀਲਿੰਗਸ, ਇਹ ਤਿੰਨਾਂ ਦੇ ਨਾਲ ਕਨੈਕਟਡ ਹੁੰਦੀਆਂ ਨੇ। ਜਦੋਂ ਆਪਣੀ ਬੋਡੀ ਕਿਸੇ ਈਵੈਂਟ ਦੇ ਨਾਲ ਥਾਟ ਲੈਂਦੀ ਆ, ਉਹਦੇ ਇਮੋਸ਼ਨਸ ਹੁੰਦੇ ਨੇ, ਤਾਂ ਉਹ ਜਿਹੜੇ ਇਮੋਸ਼ਨਸ ਹੈ ਆਪਣੀ ਬੋਡੀ ਦੇ ਵਿੱਚ ਜੋ ਸੈਂਸੇਸ਼ਨ ਪੈਦਾ ਕਰਦਾ ਆ, ਜੋ ਆਪਣੇ ਇਮੋਸ਼ਨਸ ਨੂੰ, ਥਾਟਸ ਨੂੰ ਉਹ ਇੱਕ ਰੂਪ ਦਿੰਦਾ ਆ, ਉਹਨੂੰ ਆਪਾਂ ਐਂਜ਼ਾਈਟੀ ਐਂਡ ਡਿਪਰੈਸ਼ਨ ਦੇ ਰੂਪ 'ਚ ਦੇਖਦੇ ਹਾਂ। ਅਤੇ ਜਦੋਂ ਆਪਾਂ ਇਮੋਸ਼ਨਸ ਦੀ ਗੱਲ ਕਰਦੇ, ਇਮੋਸ਼ਨ ਹੁੰਦੇ ਕੀ ਨੇ? ਸਭ ਤੋਂ ਪਹਿਲਾਂ ਤਾਂ ਇਮੋਸ਼ਨਸ ਹੈ ਕਿ ਇਮੋਸ਼ਨਸ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਬਹੁਤ ਹੀ ਜ਼ਿਆਦਾ ਅਟੈਂਸ਼ਨ ਦੇਣ ਲੱਗ ਜਾਂਦੇ ਹਾਂ। ਫੋਰ ਐਗਜ਼ਾਮਪਲ, ਜਿਵੇਂ ਕੋਈ ਰਸਤੇ 'ਤੇ ਤੁਰਿਆ ਜਾ ਰਿਹਾ ਆ ਅਤੇ ਆਪਾਂ ਉਹਦੇ ਕੋਲੋਂ ਕ੍ਰੋਸ ਹੋਏ ਹਾਂ, ਆਪਾਂ ਉਹਨੂੰ ਗੁੱਡ ਮੋਰਨਿੰਗ ਕੀਤੀ ਪਰ ਆਪਾਂ ਨੂੰ ਅੱਗੋਂ ਜਵਾਬ ਨਹੀਂ ਮਿਲਿਆ ਉਹਦਾ, ਰਾਈਟ? ਅਤੇ ਹੁਣ ਉਹ ਈਵੈਂਟ ਸੀਗਾ ਕਿ ਆਪਾਂ ਕੋਲੋਂ ਨਿਕਲ ਕੇ ਜਾ ਰਹੇ ਸੀ ਅਤੇ ਆਪਾਂ ਉਹਨੂੰ ਗੁੱਡ ਮੋਰਨਿੰਗ ਕੀਤੀ। ਹੁਣ ਥਾਟ ਹੋਇਆ ਉੱਥੇ, ਜੇ ਅਗਲੇ ਨੇ ਆਪਾਂ ਨੂੰ ਰਿਸਪੌਂਸ ਬੈਕ ਦੇ ਵਿੱਚ ਹੱਸ ਕੇ ਗੁੱਡ ਮੋਰਨਿੰਗ ਦਾ ਜਵਾਬ ਦਿੱਤਾ ਜਾਂ ਨਹੀਂ ਦਿੱਤਾ, ਠੀਕ ਹੈ, ਜਾਂ ਫਿਰ ਦਿੱਤਾ ਹੀ ਨਹੀਂ। ਹੁਣ ਉਸ ਤੋਂ ਬਾਅਦ ਜੋ ਇਮੋਸ਼ਨ ਆਪਣੇ ਅੰਦਰ ਪੈਦਾ ਹੋਣਾ ਆ ਕਿ ਇਹਨੇ ਸ਼ਾਇਦ ਜਾਣ ਕੇ ਨਹੀਂ ਮੈਨੂੰ ਕੀਤਾ, ਰੇਸਿਜ਼ਮ ਹੋਇਆ, ਜਾਂ ਫਿਰ ਬੰਦਾ ਹਰਟਫੁਲ ਸੀਗਾ, ਉਹਨਾਂ ਨੇ ਕੁਛ ਵੀ ਮਤਲਬ ਮੈਨੂੰ ਰਿਸਪੌਂਸ ਕਿਉਂ ਨਹੀਂ ਦਿੱਤਾ, ਇਹ ਦਿਮਾਗ ਦੇ ਵਿੱਚ ਨਾ ਫਿਰ ਆਪਣੀ ਗੱਲਾਂ ਬੈਠ ਜਾਂਦੀਆਂ ਨੇ। ਅਤੇ ਜਦੋਂ ਇੱਦਾਂ ਦੀਆਂ ਚੀਜ਼ਾਂ ਆਪਣੇ ਇਮੋਸ਼ਨਸ ਦੇ ਵਿੱਚ ਇੱਕ ਅਜ਼ਿਊਮਡ ਐਂਡ ਅਨਅਜ਼ਿਊਮ ਚੀਜ਼ਾਂ ਆਉਂਦੀਆਂ ਨੇ, ਅਜ਼ਿਊਮ ਦੇ ਵਿੱਚ ਆ ਜਾਂਦਾ ਕਿ ਆਪਾਂ ਅਜ਼ਿਊਮ ਕਰ ਲਿਆ ਕਿ ਉਹਨੇ ਸ਼ਾਇਦ ਮੈਨੂੰ ਜਾਣ ਕੇ ਰਿਪਲਾਈ ਨਹੀਂ ਦਿੱਤਾ ਬਿਕਾਜ਼ ਉਹਨਾਂ ਨੂੰ ਮੈਂ ਪਸੰਦ ਨਹੀਂ ਆਈ, ਜਾਂ ਫਿਰ ਉਹਨਾਂ ਦੇ ਦਿਲ ਦੇ ਵਿੱਚ ਕੋਈ ਹੇਟ ਸੀ, ਰਾਈਟ? ਅਤੇ ਜਾਂ ਫਿਰ ਆਪਾਂ ਅਨਅਜ਼ਿਊਮਡ ਕਰ ਦਾਂਗੇ ਕਿ ਹੋ ਸਕਦਾ ਬੰਦੇ ਦਾ ਜੋ ਦਿਨ ਆ ਉਹ ਨਾ ਵਧੀਆ ਚੱਲ ਰਿਹਾ ਹੋਵੇ, ਆਪਾਂ ਉਹਨਾਂ ਨੂੰ ਗੁੱਡ ਮੋਰਨਿੰਗ ਕੀਤੀ, ਉਹਨਾਂ ਨਹੀਂ ਹੋਣਾ ਮੂਡ ਹੈ ਨਾ ਜਵਾਬ ਦੇਣ ਦਾ ਜਾਂ ਕੁਛ ਵੀ ਕਰਨ ਦਾ। ਅਤੇ ਉੱਥੇ ਜਿਹੜੇ ਆਪਣੇ ਇਮੋਸ਼ਨਸ ਨੇ ਨਾ, ਉਹ ਆਪਾਂ ਨੂੰ ਹਰ ਟਾਈਮ ਫਿਰ ਫੇਸ ਕਰਨਾ ਪੈਂਦਾ ਉਹਨਾਂ ਨੂੰ, ਹੈ ਨਾ? ਆਪਣੇ ਇਮੋਸ਼ਨਸ ਦੇ ਨਾਲ ਆਪਾਂ ਨੂੰ ਟੈਕਲ ਕਰਨਾ ਪੈਂਦਾ। ਜੇ ਤਾਂ ਇਮੋਸ਼ਨਸ ਵਧੀਆ ਸੀਗੇ ਤਾਂ ਆਪਣਾ ਸਾਰਾ ਦਿਨ ਵਧੀਆ ਨਿਕਲੂਗਾ, ਹੈ ਨਾ? ਜੇ ਆਪਣਾ ਇਮੋਸ਼ਨ ਨਹੀਂ ਵਧੀਆ ਹੋਇਆ ਤਾਂ ਉੱਥੇ ਆਪਾਂ ਨੂੰ ਇਹ ਨਹੀਂ ਪਤਾ, ਜੇ ਬੰਦੇ ਨੂੰ ਡਿਪਰੈਸ਼ਨ ਹੈਗਾ ਆ ਤਾਂ ਸਾਰਾ ਦਿਨ ਉਹਦੇ ਬਾਰੇ ਸੋਚੀ ਜਾਊਗਾ, ਇੱਦਾਂ ਕਿਉਂ ਹੋਇਆ, ਕਾਹਦੇ ਵਾਸਤੇ ਹੋਇਆ। ਐਂਜ਼ਾਈਟੀ ਆ ਤਾਂ ਉਹਦੀ ਬੋਡੀ ਨੇ ਸੈਂਸੇਸ਼ਨ ਦੇਣ ਲੱਗ ਜਾਣੀ ਆ, ਉਹਨੂੰ ਕੰਬਣ ਲੱਗ ਜਾਏਗਾ ਕਿ ਮੈਂ ਗਲਤੀ ਕਰਤੀ, ਮੈਨੂੰ ਕਰਨਾ ਨਹੀਂ ਸੀ ਚਾਹੀਦਾ, ਲਾਈਕ ਓਵਰ ਥਿੰਕਿੰਗ ਹੋਣ ਲੱਗ ਜਾਂਦੀ ਆ ਉੱਥੇ। ਅਤੇ ਜਦੋਂ ਆਪਾਂ ਇਮੋਸ਼ਨਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ, ਅਤੇ ਇਹ ਕੰਟਰੋਲ ਕਿੱਦਾਂ ਹੁੰਦੇ ਨੇ? ਜਦੋਂ ਆਪਾਂ ਇਮੋਸ਼ਨਸ ਨੂੰ ਕੰਟਰੋਲ ਕਰਨਾ ਆ ਤਾਂ ਉਹ ਕੰਟਰੋਲ ਕਰਨ ਦੇ ਪਿੱਛੇ ਵੀ ਇੱਕ ਰੀਜ਼ਨ ਹੁੰਦਾ ਆ। ਜ਼ਰੂਰੀ ਨਹੀਂ ਆ ਇਮੋਸ਼ਨ ਸਾਰੇ ਮਾੜੇ ਹੁੰਦੇ ਨੇ। ਮੈਂ ਕਦੇ ਕਦੇ ਕਹਿੰਦੀ ਹੁੰਦੀ ਹਾਂ ਕਿ ਸਟਰੈਸ ਹਮੇਸ਼ਾ ਮਾੜਾ ਨਹੀਂ ਹੁੰਦਾ। ਕਦੇ ਕਦੇ ਸਟਰੈਸ ਇੰਨਾ ਚੰਗਾ ਵੀ ਹੁੰਦਾ ਕਿ ਆਪਾਂ ਨੂੰ ਮੋਟੀਵੇਟ ਕਰਦਾ ਆ ਕਿ ਅੱਗੇ ਵਧਣ ਦੇ ਵਿੱਚ, ਰਾਈਟ? ਜਿੱਦਾਂ ਹੁਣ ਕਿਸੇ ਬੱਚੇ ਦੀ ਅਸਾਈਨਮੈਂਟ ਪੈਂਡਿੰਗ ਆ,
ਜੇ ਉਹਨੂੰ ਸਟ੍ਰੈਸ ਹੁੰਦੀ ਪਈ ਆ ਤਾਂ ਉਹ ਆਈ ਥਿੰਕ ਉਹ ਸਟ੍ਰੈਸ ਕਿਸੇ ਲੈਵਲ ਤੇ ਸਹੀ ਵੀ ਹੈ, ਕਿਉਂਕਿ ਜੇ ਤੁਸੀਂ ਉਹਨੂੰ ਟਾਈਮ ਤੇ ਨਹੀਂ ਕਰਦੇ ਪਏ ਤਾਂ ਸਟ੍ਰੈਸ ਤੁਹਾਨੂੰ ਪੁਸ਼ ਕਰਦਾ ਪਿਆ ਕਰਨ ਵਾਸਤੇ। ਪਰ ਉੱਥੇ ਉਹ ਸਟ੍ਰੈਸ ਮਾੜਾ ਵੀ ਹੋ ਸਕਦਾ ਹੈ ਕਿ ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਨਾਲ ਕਰ ਰਹੇ ਹੋ ਪਰ ਸਟਿਲ ਤੁਹਾਡੇ ਕੋਲ ਟਾਈਮ ਨਹੀਂ ਬਚਿਆ ਜਾਂ ਕੁਝ ਵੀ ਨਹੀਂ ਹੋਇਆ ਤਾਂ ਤੁਹਾਨੂੰ ਸਟ੍ਰੈਸ ਦੇਣ ਲੱਗ ਜਾਂਦੀ ਹੈ ਉਹ ਚੀਜ਼। ਤਾਂ ਇਮੋਸ਼ਨਸ ਵੀ ਸੇਮ ਆ। ਇਮੋਸ਼ਨਸ ਹਰ ਵਾਰੀ ਮਾੜੇ ਨਹੀਂ ਹੁੰਦੇ, ਇਮੋਸ਼ਨਸ ਨੂੰ ਆਪਾਂ ਹਰ ਵਾਰੀ ਕੰਟਰੋਲ ਨਹੀਂ ਕਰ ਸਕਦੇ, ਪਰ ਉਹਨੂੰ ਕੰਟਰੋਲ ਕਰਨ ਦਾ ਜੋ ਇੱਕ ਗੁੱਡ ਵੇ ਹੈ, ਇੱਕ ਪੋਜ਼ਿਟਿਵ ਵੇ ਆ, ਉਹ ਆਪਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਆ। ਨਵਜੋਤ, ਤੁਸੀਂ ਗੱਲ ਕਰ ਰਹੇ ਹੋ ਇੱਥੇ ਇਮੋਸ਼ਨਸ ਦੀ, ਜੇ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਹਾਂ, ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ ਹੈ ਹੈਲੋ ਹਾਈ ਵਾਲਾ, ਉਹ ਮੈਂ ਆਪਣੇ ਉੱਤੇ ਵੀ ਲੈ ਕੇ ਜਾ ਸਕਦੀ ਹਾਂ। ਲਾਈਕ ਮੋਸਟ ਆਫ ਦਾ ਟਾਈਮ ਮੇਰੇ ਮੂੰਹੋਂ ਕਦੇ ਹੈਲੋ ਜਾਂ ਹਾਈ ਨਿਕਲਦਾ ਨਹੀਂ ਹੈਗਾ, ਕਿਉਂਕਿ ਮੈਨੂੰ ਇੱਦਾਂ ਹੁੰਦਾ ਹੈ ਕਿ ਪਤਾ ਨਹੀਂ ਸਾਹਮਣੇ ਵਾਲਾ ਜਵਾਬ ਦੇਵੇਗਾ ਜਾਂ ਜੇ ਜਵਾਬ ਉਹਨੇ ਦਿੱਤਾ ਤੇ ਟੋਨ ਕਈ ਇਦਾਂ ਦੀ ਰਹੂਗੀ, ਬਿਕਾਜ਼ ਆਈ ਫੀਲ ਲਾਈਕ ਕਿ ਮੈਂ ਬਹੁਤ ਸੈਂਸਿਟਿਵ ਨੇ ਐਂਡ ਬਟ ਇਹ ਦੋਨੋਂ ਪਾਸੇ ਨੂੰ ਜਾਂਦਾ ਹੈ। ਜੇ ਮੈਂ ਹੈਲੋ ਕਹਿੰਦੀ ਹੈ ਤਦ ਜੇ ਅੱਗੇ ਪੁੱਠਾ ਜਵਾਬ ਆਇਆ ਜਾਂ ਜਵਾਬ ਨਹੀਂ ਆਇਆ ਜਾਂ ਮਾੜਾ ਜਿਹਾ ਵੀ ਇੱਧਰ ਉੱਧਰ ਸਲਾਈਟਲੀ ਮੈਂ ਡਿਟੈਕਟ ਕੀਤਾ ਟੋਨ 'ਚ ਕਿ ਨਹੀਂ ਰੂਡ ਸੀਗਾ, ਮੈਂ ਤਦ ਵੀ ਓਵਰਥਿੰਕ ਕਰਨਾ ਹੈ। ਲਾਈਕ ਮੈਨੂੰ ਮੇਰੇ ਦਿਮਾਗ 'ਚ ਉਹ ਚੀਜ਼ 2-3 ਦਿਨ ਤੱਕ ਹੁੰਦੀ ਰਹੇਗੀ। ਜੇ ਮੈਂ ਆਪਣੇ ਵੱਲੋਂ ਵੀ ਹੈਲੋ ਨਹੀਂ ਕਰਦੀ ਤੇ ਮੈਨੂੰ ਉਹੀ ਗਿਲਟ ਹੁੰਦਾ ਰਹਿੰਦਾ ਕਿ ਹਾਏ ਮੈਂ ਹੈਲੋ ਨਹੀਂ ਕੀਤੀ। ਲਾਈਕ ਦਿਸ ਇਜ਼ ਸਮਥਿੰਗ ਮੇਰੇ ਹਿਸਾਬ ਨਾਲ ਮੈਂ ਕਹਿੰਦੀ ਹਾਂ ਹਰ ਏਜ ਦਾ ਜਿਹੜਾ ਹੈਗਾ ਇੰਡੀਵਿਜੂਅਲ ਉਹ ਇਸ ਚੀਜ਼ ਤੋਂ ਗੁਜ਼ਰਦਾ ਹੈਗਾ। ਜ਼ਰੂਰ ਇਹ ਇੰਪੈਕਟ ਵੀ ਪੈਂਦਾ ਹੈ ਜੀ। ਇਮੋਸ਼ਨਸ ਓਬਵੀਅਸਲੀ ਆਪਣੇ ਏਜ ਦੇ ਨਾਲ ਚੇਂਜ ਹੋ ਸਕਦੇ ਨੇ, ਪਰ ਇਮੋਸ਼ਨਸ ਦੇ ਇਮੋਸ਼ਨਸ ਹੀ ਹੁੰਦੇ ਨੇ, ਹੈ ਨਾ। ਉਹ ਤੇ ਉਹੀ ਇਮੋਸ਼ਨ ਨੇ, ਆਪਾਂ ਕਹੀਏ ਕਿ ਦੁੱਖ ਹੋ ਰਿਹਾ, ਸੁੱਖ ਹੋ ਰਿਹਾ ਨਾ, ਜਾਂ ਫਿਰ ਬੰਦਾ ਬਹੁਤ ਐਕਸਾਈਟਮੈਂਟ 'ਚ ਆ, ਅਪਸੈਟ ਆ, ਕੋਈ ਗਰੀਫ ਦੇ ਵਿੱਚ ਆ, ਇਮੋਸ਼ਨਸ ਤੇ ਇਮੋਸ਼ਨਸ ਨੇ, ਤੁਸੀਂ ਉਹਨਾਂ ਨੂੰ ਜ਼ਿਆਦਾ ਟਾਈਮ ਕੰਟਰੋਲ ਨਹੀਂ ਕਰ ਸਕਦੇ। ਤੇ ਆਈ ਥਿੰਕ ਇਹ ਬਹੁਤ ਹੀ ਜ਼ਰੂਰੀ ਆ ਕਿ ਇਮੋਸ਼ਨਸ ਨੂੰ ਜੋ ਆਪਾਂ ਕਹਿੰਦੇ ਆ ਨਾ ਕਿ ਕੈਥਾਰਸਿਸ ਹੋਣ ਦਿਓ, ਇਹਨੂੰ ਵਹਿਣ ਦਿਓ, ਉਹ ਬਹੁਤ ਜ਼ਰੂਰੀ ਆ। ਜੇ ਤੁਸੀਂ ਤੁਹਾਡਾ ਰੋਣ ਨੂੰ ਦਿਲ ਕਰਦਾ ਪਿਆ ਨਾ, ਤੁਸੀਂ ਰੋਵੋ। ਜਦੋਂ ਤੱਕ ਤੁਸੀਂ ਰੋਵੋਗੇ ਨਹੀਂ, ਉਹ ਤੁਹਾਡੇ ਇਮੋਸ਼ਨ ਤੁਹਾਡੇ ਅੰਦਰ ਹੀ ਉਬਾਲ ਬਣੀ ਜਾਣਗੇ, ਤੁਸੀਂ ਅੰਦਰੋਂ ਅੰਦਰ ਹੀ ਆਪਣੇ ਆਪ ਨੂੰ ਖਾਈ ਜਾਵੋਗੇ। ਉੱਥੋਂ ਹੀ ਐਂਜ਼ਾਈਟੀ ਤੇ ਡਿਪਰੈਸ਼ਨ ਦੇ ਰੀਜ਼ਨ ਆਉਣੇ ਸਟਾਰਟ ਹੋ ਜਾਂਦੇ। ਜਦੋਂ ਤੁਸੀਂ ਕਿਸੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦੇ, ਤੁਸੀਂ ਆਪਣੇ ਇਮੋਸ਼ਨਸ ਨੂੰ ਅਸੈਪਟ ਨਹੀਂ ਕਰਦੇ, ਉਹਨੂੰ ਨੇਮ ਨਹੀਂ ਦਿੰਦੇ, ਰਾਈਟ, ਉਹਨੂੰ ਐਕਨੋਲੇਜ ਨਹੀਂ ਕਰਦੇ, ਤਾਂ ਉਹਨੂੰ ਲੈਟ ਇਟ ਗੋ ਕਰਕੇ ਰਿਲੈਕਸ ਨਹੀਂ ਹੁੰਦੇ, ਉਹਨਾਂ ਟਾਈਮ ਤੁਹਾਡੇ ਇਮੋਸ਼ਨਸ ਤੁਹਾਨੂੰ ਤੰਗ ਕਰਦੇ ਰਹਿਣਗੇ। ਮੈਨੂੰ ਰੀਸੈਂਟਲੀ ਇੱਕ ਕੁਐਸਚਨ ਆਇਆ ਸੀਗਾ ਇੰਸਟਾਗ੍ਰਾਮ ਤੇ, ਮੈਂ ਆਪਣਾ ਜਿੱਦਾਂ ਮੈਂਟਲ ਹੈਲਥ ਦਾ ਪਾ ਕੇ ਰੱਖਿਆ ਹੈ, ਰਾਈਟ, ਤੇ ਮੈਨੂੰ ਇੱਕ ਕੁਐਸਚਨ ਆਇਆ ਇੱਕ ਬੱਚੇ ਦਾ, ਕੋਈ ਇੰਟਰਨੈਸ਼ਨਲ ਸਟੂਡੈਂਟ ਸੀਗਾ। ਉਹ ਕਹਿੰਦੇ ਮੈਨੂੰ ਨਾ ਇੱਕ ਹੈਲਪ ਚਾਹੀਦੀ ਆ, ਮੈਂ ਨਾ ਰਾਤ ਨੂੰ ਜਦੋਂ ਸੌਣ ਲੱਗਦਾ ਆ ਤੇ ਜਦੋਂ ਮੇਰੇ ਦਿਮਾਗ ਦੇ ਵਿੱਚ ਕੋਈ ਗੱਲ ਆ ਜਾਂਦੀ ਆ, ਉਹ ਨਿਕਲਦੀ ਨਹੀਂ ਗੀ ਜਲਦੀ ਦੇਣੇ। ਪਰ ਉਹਦੀ ਕੀ ਸੀ, ਉਹ ਕਹਿੰਦੇ ਮੈਂ ਟਰਾਈ ਕਰਦਾ ਕਿ ਮੈਨੂੰ ਭੁੱਲ ਜਾਵਾਂ, ਜਾਂ ਫਿਰ ਕੋਈ ਨਾਮ ਜਿਵੇਂ ਆਪਣਾ ਨਾਮ ਜਪ ਲਿਆ, ਹੈ ਨਾ, ਸ਼ਬਦ ਕੀਰਤਨ ਲਾ ਲਿਆ, ਕਿ ਮੈਂ ਟਰਾਈ ਕਰਦਾ ਇੱਦਾਂ ਦੀਆਂ ਕੋਪਿੰਗ ਟੈਕਨੀਕਸ ਕਰਨ ਦੇ ਤਾਂ ਕਿ ਮੈਂ ਠੀਕ ਰਵਾਂ। ਤੇ ਜਦੋਂ ਮੈਂ ਇੱਕ ਵਾਰੀ ਸੋ ਜਾਣਾ ਤਾਂ ਮੇਰੀ 4-5 ਵਜੇ ਫਿਰ ਅੱਖ ਖੁੱਲ ਜਾਂਦੀ ਆ, ਮੈਂ ਫਿਰ ਸੋਚਣ ਲੱਗ ਜਾਂਦਾ ਉਹਦੇ ਬਾਰੇ। ਤਾਂ ਮੈਂ ਉਹਨੂੰ ਇਹੀ ਐਗਜ਼ਾਮਪਲ ਦਿੱਤੀ ਕਿ ਦੇਖੋ ਤੁਹਾਡੇ ਇਮੋਸ਼ਨਸ ਨੂੰ ਤੁਸੀਂ ਕੰਟਰੋਲ ਕਰਦੇ ਪਏ ਹੋ, ਹੈ ਨਾ। ਤੁਸੀਂ ਇਹ ਸੋਚ ਲਿਆ ਕਿ ਠੀਕ ਆ, ਇਟਸ ਗੁੱਡ ਕਿ ਤੁਸੀਂ ਕੋਈ ਮਾਈਂਡਫੁਲਨੈਸ ਟੈਕਨੀਕ ਕਰਦੇ ਪਏ ਹੋ, ਕੋਈ ਕੋਪਿੰਗ ਕਰਦੇ ਪਏ ਹੋ ਉਸ ਚੀਜ਼ ਵਾਸਤੇ, ਕਿ ਠੀਕ ਹੈ ਮੈਂ ਹੁਣ ਇਹਦੇ ਬਾਰੇ ਸੋਚਣਾ ਨਹੀਂ ਆ, ਮੈਂ ਸ਼ਬਦ ਸੁਣਿਆ, ਆਪਣੇ ਆਪ ਨੂੰ ਕਾਮ ਡਾਊਨ ਕੀਤਾ, ਆਪਾਂ ਸੋ ਗਏ। ਪਰ ਉਹ ਤੇ ਤੁਹਾਡੇ ਅੰਦਰ ਹੀ ਹੈ ਨਾ ਹਜੇ ਵੀ, ਉਹਨੂੰ ਤਾਂ ਤੁਸੀਂ ਲੈਟ ਇਟ ਗੋ ਕੀਤਾ ਨਹੀਂ ਨਾ ਅੱਛੀ ਤਰ੍ਹਾਂ ਤੋਂ। ਤੇ ਜਦੋਂ ਆਪਾਂ ਇਮੋਸ਼ਨ ਦੀ ਗੱਲ ਕਰਦੇ ਹਾਂ ਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਇਮੋਸ਼ਨ ਨੂੰ ਪਹਿਚਾਣੋ, ਇਵੈਂਟ ਨੂੰ ਪਹਿਚਾਣੋ, ਹੋਇਆ ਕਿਉਂ ਸੀ, ਉਹਦੇ ਪਿੱਛੇ ਉਹਦਾ ਨੇਮ ਦਿਓ ਉਹਨੂੰ ਇੱਕ, ਰਾਈਟ। ਉਹ ਵਧੀਆ ਆ, ਉਹ ਨਹੀਂ ਵਧੀਆ ਹੈਗਾ ਤੁਹਾਡੇ ਵਾਸਤੇ, ਤੁਹਾਨੂੰ ਕੁਝ ਜਿਵੇਂ ਭਾਵੁਕ ਕਰਦਾ ਪਿਆ ਆ, ਹੈ ਨਾ, ਤੇ ਨੇਮ ਦੇਣ ਤੋਂ ਬਾਅਦ ਉਹਨੂੰ ਅਸੈਪਟ ਕਰੋ ਕਿ ਹੋ ਰਿਹਾ ਤਾਂ ਮੈਂ ਇਹਨੂੰ ਅਸੈਪਟ ਕਰਨਾ ਬਹੁਤ ਜ਼ਰੂਰੀ। ਜੇ ਤੁਸੀਂ ਅਸੈਪਟ ਨਹੀਂ ਕਰੋਗੇ ਉਹ ਤੁਹਾਡੇ ਅੰਦਰ ਹੀ ਰਹੇਗਾ। ਐਕਨੋਲੇਜ ਕਰੋ ਉਸ ਚੀਜ਼ ਨੂੰ ਕਿ ਕਿਉਂ ਹੋਇਆ, ਕਿੱਦਾਂ ਹੋਇਆ, ਰਾਈਟ, ਕਿੱਦਾਂ ਮੈਂ ਉਹਨੂੰ ਕੋਪ ਕਰਨਾ ਆ, ਐਂਡ ਦੈਨ ਗੋ ਵਿਦ ਦ ਰਿਲੈਕਸ ਫਲੋ। ਇਹ ਜਿਹੜਾ ਸਰਕਲ ਹੈ ਇਹ ਹਮੇਸ਼ਾ ਹਰ ਇੱਕ ਇਮੋਸ਼ਨ ਨਾਲ ਚੱਲਦਾ ਹੈ। ਆਈ ਥਿੰਕ ਕਿ ਆਪਣਾ ਜਿਹੜੀ ਲਾਈਫ ਹੈ ਵੀ ਇੱਕ ਸਰਕਲ ਆ, ਦੇਖੋ, ਹੈ ਨਾ, ਬੁਢਾਪਾ ਆਉਂਦਾ, ਜਵਾਨੀ ਆਉਂਦੀ ਆ, ਬਚਪਨਾ ਵੀ ਨਿਕਲ ਜਾਂਦਾ ਆ, ਉਹ ਵੀ ਇੱਕ ਸਰਕਲ ਹੈ। ਜੀਣਾ ਮਰਨਾ ਇੱਕ ਸਰਕਲ ਹੈ, ਇਹ ਕਦੇ ਖਤਮ ਹੀ ਨਹੀਂ ਹੋ ਸਕਦੇ। ਤੇ ਇਮੋਸ਼ਨਸ ਵੀ ਆਪਣੇ ਤਾਂ ਕਈ ਵੈਦਾਂ ਵਿੱਚ ਵੀ ਲਿਖਿਆ ਹੋਇਆ ਕਿ ਇਹ ਕਦੇ ਖਤਮ ਨਹੀਂ ਹੋਣੇ। ਦੁੱਖ ਸੁੱਖ ਤੁਹਾਡੇ ਲਾਈਫ ਦਾ ਇੱਕ ਪਾਰਟ ਨੇ ਜੋ ਆਉਂਦੇ ਰਹਿਣਗੇ, ਪਰ ਤੁਸੀਂ ਇਹਨੂੰ ਸਮਝਣਾ ਕਿੱਦਾਂ ਆ, ਇਹਦੇ ਨਾਲ ਕਿੱਦਾਂ ਰਹਿਣਾ ਆ, ਉਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਉਸ ਟਾਈਮ ਦੇ ਉੱਤੇ। ਨਵਜੋਤ, ਮੇਰਾ ਤਾਂ ਤੁਹਾਡੇ ਨਾਲ ਇਹ ਸਵਾਲ ਹੈ, ਜੇ ਸਮਝੋ ਕਿਸੇ ਨੇ ਅਸੈਪਟੈਂਸ ਕਰ ਵੀ ਲਈ ਹੈ ਕਿ ਨਹੀਂ ਅੱਜ ਆਈ ਐਮ ਫੀਲਿੰਗ ਵੀਕ, आई एम नॉट ओके एंड समथिंग लाइक दैट, ठीक है, अपने नेगेटिव इमोशंस उन्होंने एक्सेप्ट कर लेते हैं कि आज मैं नहीं ठीक, मैनू हेल्प की लोड़ है, बट वो
ਇੰਡੀਵਿਜੂਅਲ ਹੈਲਪ ਲਈ ਜਾਂਦਾ ਨਹੀਂ ਹੈ, ਕਿਉਂਕਿ ਇੱਕ ਤਰੀਕੇ ਤੇ ਸੋਸਾਈਟਲ ਪ੍ਰੈਸ਼ਰ ਵੀ ਹੁੰਦਾ ਹੈ ਕਿ ਲਾਈਕ ਹਾਊ ਪੀਪਲ ਵਿਲ ਪਰਸੀਵ ਮੀ ਜੇ ਮੈਂ ਹੈਲਪ ਲਿੱਤੀ ਇਸ ਚੀਜ਼ ਦੀ। ਯੈਸ। ਤਾਂ ਤੁਹਾਡਾ ਉਹਨਾਂ ਨੂੰ ਕੀ ਸੁਜੈਸ਼ਨ ਹੈ? ਗੁਸ਼ਨ, ਇੱਥੇ ਨਾ ਇੱਕ ਮੈਂ ਤੁਹਾਨੂੰ ਨਾਲ ਗੱਲ ਦੱਸਣੀ ਚਾਹੁੰਦੀ ਹਾਂ। ਆਪਣੀ ਸੋਸਾਇਟੀ 'ਚ ਸਟਿਗਮਾ ਬਹੁਤ ਆ। ਉਹ ਇਹ ਸੋਚਦੇ ਨੇ ਕਿ ਜੇ ਅਸੀਂ ਕਿਸੇ ਕਾਉਂਸਲਰ ਕੋਲ ਵੀ ਜਾਣਾ ਹੈ ਨਾ ਤਾਂ ਉਹ ਸਾਡੀ ਕਮਿਊਨਿਟੀ ਦਾ ਨਾ ਹੋਵੇ, ਕਿਉਂਕਿ ਇਹ ਸੋਚਦੇ ਆ ਕਿ ਜੋ ਕਾਉਂਸਲਰ ਹੈ ਨਾ ਉਹ ਰਾਦਰ ਦੈਨ ਆਪਣੇ ਪ੍ਰੋਫੈਸ਼ਨ ਦੇ ਉਹ ਹੈ ਤੇ ਸਾਡੀ ਕਮਿਊਨਿਟੀ ਦਾ। ਉਹ ਉਸ ਚੀਜ਼ ਨੂੰ ਜਜਮੈਂਟਲੀ ਲੈਂਦੇ ਨੇ, ਈਵਨ ਦੋ ਤੁਹਾਡਾ ਕਾਉਂਸਲਰ ਜਜਮੈਂਟਲ ਨਹੀਂ ਹੋਏਗਾ ਤੁਹਾਡੇ ਲਈ। ਦੇਖੋ ਉਹ ਰਜਿਸਟਰਡ ਹੁੰਦੇ ਨੇ, ਹੈ ਨਾ, ਲਾਇਸੈਂਸਿੰਗ ਹੁੰਦੀ ਆ, ਰੂਲਸ ਹੁੰਦੇ ਨੇ, ਉਹਨਾਂ ਨਾਲ ਬਾਈਂਡ ਹੋ ਕੇ ਰਹਿਣਾ ਪੈਂਦਾ ਉਹਨਾਂ ਨੂੰ। ਉਹ ਕਦੇ ਤੁਹਾਡੀ ਗੱਲ ਕਿਸੇ ਨੂੰ ਨਹੀਂ ਦੱਸਣਗੇ ਰਾਦਰ ਦੈਨ ਕਿ ਬਹੁਤ ਜ਼ਿਆਦਾ ਤੁਹਾਨੂੰ ਪਤਾ ਕੰਸੈਂਟ ਐਂਡ ਕੌਨਫੀਡੈਂਸ਼ੀਅਲਿਟੀ ਕਿੰਨੀ ਇੰਪੋਰਟੈਂਟ ਆ ਨਾ ਮੁਲਕਾਂ ਦੇ ਵਿੱਚ, ਈਵਨ ਦੋ ਇੱਥੇ ਵੀ ਨਹੀਂ, ਹੈ ਨਾ। ਪਰ ਜੇ ਤੁਸੀਂ ਇਹ ਸੋਚ ਸਕਦੇ ਹੋ ਕਿ ਕਿਸੇ ਰਿਸ਼ਤੇਦਾਰ ਕੋਲੇ ਕਿਸੇ ਫਰੈਂਡ ਕੋਲੇ ਗੱਲ ਕਰਨਾ ਬੈਟਰ ਆ ਰਾਦਰ ਦੈਨ ਆਪਣੀ ਕਮਿਊਨਿਟੀ ਦੇ ਕਾਉਂਸਲਰ ਕੋਲ ਜਾਣ ਤੋਂ, ਜਿਹਨੇ ਤੁਹਾਡੀ ਗੱਲ ਵੀ ਨਹੀਂ ਇੱਧਰ ਉੱਧਰ ਕਰਨੀ ਤੇ ਤੁਹਾਨੂੰ ਇੱਕ ਬੈਟਰ ਸਪੋਰਟ ਵੀ ਮਿਲਣੀ ਆ, ਦੈਨ ਆਈ ਥਿੰਕ ਕਿ ਫਿਰ ਤਾਂ ਉੱਥੇ ਆਪਾਂ ਸਟਿਗਮਾ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ, ਹੈ ਨਾ। ਪਰ ਜੇ ਉਸ ਚੀਜ਼ ਤੋਂ ਬਾਹਰ ਆਉਣਾ ਹੈ, ਆਪਣੀ ਕੰਫਰਟ ਜ਼ੋਨ ਚੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਕੁਝ ਵੀ ਕਰਨ ਵਾਸਤੇ। ਗਵਰਨਮੈਂਟ ਕਿਸੇ ਰੀਜ਼ਨ ਤੋਂ ਇਹਨਾਂ ਰੋਲਸ ਨੂੰ ਕੱਢ ਰਹੀ ਹੈ। ਅੱਜ ਕੱਲ੍ਹ ਇਹ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ। ਤੁਸੀਂ ਰੀਸੈਂਟਲੀ ਇੱਕ ਸੁਣਿਆ ਹੈਗਾ ਇੰਟਰਨੈਸ਼ਨਲ ਸਟੂਡੈਂਟ ਸੀਗੀ ਜਿਹਨੇ ਸੁਸਾਈਡ ਕੀਤਾ ਆ, ਹੈ ਨਾ। ਉਹਨਾਂ ਤੇ ਰੀਜ਼ਨ ਕੀ ਆ? ਆਪਣਿਆਂ ਕੋਲੇ ਗੱਲ ਨਹੀਂ ਕਰ ਸਕਦੇ, ਉਹਨਾਂ ਨੂੰ ਉਹੀ ਸਟਿਗਮਾ ਫੀਲ ਹੁੰਦਾ ਹੈ ਕਿ ਜੇ ਮੈਂ ਕਿਸੇ ਨੂੰ ਦੱਸਿਆ ਉਹ ਅੱਗੇ ਗੱਲਾਂ ਕਰਨਗੇ। ਜੇ ਕਿਸੇ ਨੂੰ ਦੱਸ ਵੀ ਦਿੰਦੇ ਅੱਗੇ ਕਿਸੇ ਨੇ ਗੱਲ ਕਰਤੀ ਐਂਡ ਦੈਨ ਫਿਰ ਉੱਥੇ ਤੁਹਾਡੇ ਤੇ ਪ੍ਰੈਸ਼ਰ ਆ ਗਿਆ, ਰਾਈਟ। ਤੇ ਉਹਨਾਂ ਵਿੱਚ ਅਵੇਅਰਨੈਸ ਵੀ ਹੈ ਨਹੀਂ ਗੀ ਕਿ ਇੱਥੇ ਤੁਸੀਂ ਕਰ ਸਕਦੇ ਹੋ, ਐਟਲੀਸਟ ਗੱਲ ਤਾਂ ਕਰ ਸਕਦੇ ਹੋ, ਪਰ ਇੱਕ ਜਿਹੜਾ ਸਹੀ ਵੇ ਆ ਉਹ ਕਿੱਦਾਂ ਮਿਲਣਾ। ਤੇ ਇਸ ਪ੍ਰੋਗਰਾਮ ਦੇ ਰਾਹੀਂ ਮੇਰਾ PCHS ਦਾ ਇਹੀ ਮੋਟੋ ਹੈ ਕਿ ਐਟਲੀਸਟ ਉਹਨਾਂ ਨੂੰ ਪਤਾ ਲੱਗੇ ਕਿ ਨਹੀਂ, ਮੈਂਟਲ ਹੈਲਥ ਸਪੋਰਟ ਸਾਰਿਆਂ ਵਾਸਤੇ ਹੁੰਦੀ ਆ। ਤੇ ਸਪੈਸ਼ਲੀ ਜੋ ਮੈਂਟਲ ਹੈਲਥ ਐਂਡ ਵੈਲਨੈਸ ਦਾ ਪ੍ਰੋਗਰਾਮ PCHS ਨੇ ਚਲਾਇਆ, ਆਈ ਅਗਰੀ ਕਿ ਸਿਰਫ ਫॉर ਦਾ ਟਾਈਮ ਹਾਲਟਨ ਰੀਜਨ ਵਾਸਤੇ ਆ, ਬਟ ਵੀ ਆਰ expanding our services too। ਅਸੀਂ ਡਫਰਿਨ ਤੱਕ ਜਾ ਰਹੇ ਹਾਂ, ਹੁਣ ਕੈਂਬਰਿਜ ਤੱਕ ਜਾ ਰਹੇ ਹਾਂ। ਐਂਡ ਦੈਨ ਇਹਦਾ ਮਤਲਬ ਇਹੀ ਹੈ ਕਿ ਜੋ ਬੱਚੇ ਸਾਡੇ ਆਪਣੇ ਨੇਗੇ ਜੋ ਆ ਰਹੇ ਉਹਨਾਂ ਦੇ ਵਿੱਚੋਂ ਨਿਕਲ ਰਹੇ ਨੇ, ਉਹ ਕਿੱਦਾਂ ਉਸ ਚੀਜ਼ ਨੂੰ ਓਵਰਕਮ ਕਰਨਗੇ। ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਰਵਿਸਿਜ਼ ਆਰ ਦੇਅਰ ਫॉर them। ਦੈਟ ਇਜ਼ ਟਰੂ। ਅਵੇਅਰਨੈਸ ਨਹੀਂ ਹੈਗੀ ਕਾਫੀ ਜਣਿਆਂ 'ਚ, ਇਹ ਮੈਂ ਨੋਟਿਸ ਕੀਤਾ ਹੈ। ਲਾਈਕ ਈਵਨ ਜਿੱਥੇ ਮੈਂ ਵੀ ਰਹਿੰਦੀ ਹੈ ਉੱਥੇ ਮੇਰੇ ਨਾਲ ਜਿਹੜੇ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਰਹਿੰਦੇ ਨੇ, ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਇੱਦਾਂ ਦੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਕੈਨੇਡਾ ਦੇ ਵਿੱਚ ਜਿਹੜੀਆਂ ਤੁਹਾਨੂੰ ਹਰ ਕਿਸੇ ਚੀਜ਼ ਦੇ ਲਈ ਹੈਲਪ ਕਰ ਸਕਦੀਆਂ ਨੇ। ਇੱਕ ਤਾਂ ਅਵੇਅਰਨੈਸ ਦਾ ਇਸ਼ੂ ਹੈਗਾ, ਦੂਜਾ ਅਸੈਪਟੈਂਸ ਦਾ ਇਸ਼ੂ ਹੈਗਾ। ਠੀਕ ਹੈ, ਜੇ ਅਸੈਪਟੈਂਸ ਆ ਜਾਂਦੀ ਹੈ ਫਿਰ ਸੋਸਾਈਟਲ ਸਟਿਗਮਾ ਆ ਜਾਂਦਾ ਹੈ। ਇਹ ਸਾਰੀ ਚੀਜ਼ਾਂ ਸਾਡੇ ਜਿਹੜੇ ਹੈਲਥ ਹੈ, ਸਾਡੀ ਮੈਂਟਲ ਹੈਲਥ ਹੈ, ਉਹ 'ਤੇ ਬਹੁਤ ਅਸਰ ਪਾਉਂਦੀਆਂ ਨੇ। ਐਂਡ ਸਾਡੇ ਕੋਲ ਇੱਦਾਂ ਦੀ ਬਹੁਤ ਸਾਰੀ ਸਰਵਿਸਿਜ਼ ਨੇ ਜਿਹੜੀਆਂ ਤੁਹਾਡੀਆਂ ਹੈਲਪ ਕਰ ਸਕਦੇ ਨੇ। ਤਾਂ ਮੇਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਸਾਡੇ ਕੰਟੈਕਟ 'ਚ ਆਉਣ। ਸਾਡੀ ਈਮੇਲ ID ਹੈ info@pchsforyou.com। ਈਮੇਲ ਕਰਨ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ, ਕੰਟੈਕਟ ਕਰ ਸਕਦੇ ਨੇ ਸਾਡੇ ਡਾਇਰੈਕਟਲੀ ਲੈਂਡਲਾਈਨ ਨੰਬਰ ਦੇ ਉੱਤੇ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੇ ਉਹ ਨਵਜੋਤ ਦੇ ਕੰਟੈਕਟ ਵਿੱਚ ਵੀ ਆ ਸਕਦੇ ਨੇ। ਹੁਣ ਤੁਸੀਂ ਰਿਕੁਐਸਟ ਕਰ ਸਕਦੇ ਹੋ ਕਾਲ ਕਰਕੇ ਕਿ ਅਸੀਂ ਨਵਜੋਤ ਨਾਲ ਗੱਲ ਕਰਨੀ ਹੈ ਕਿ ਉਹ ਸਾਡੀ ਹੈਲਪ ਕਰ ਸਕੇ ਮੈਂਟਲ ਹੈਲਥ ਐਂਡ ਵੈਲਨੈਸ ਦੇ ਵਿੱਚ। ਨਵਜੋਤ, ਇੱਦਾਂ ਹੁਣ ਇਹ ਤਾਂ ਹੋ ਗਈ ਗੱਲ ਇਮੋਸ਼ਨਸ ਦੀ ਜਿਹੜੀ ਰਿਲੇਟਿਡ ਹੈ ਡਿਪਰੈਸ਼ਨ ਐਂਡ ਐਂਜ਼ਾਈਟੀ ਨਾਲ। ਇੱਦਾਂ ਅਸੀਂ ਕੀ ਮੈਜਰਸ ਲੈ ਸਕਦੇ ਨੇ ਲਾਈਕ ਜਦ ਤੱਕ ਅਸੈਪਟੈਂਸ ਤੱਕ ਨਹੀਂ ਪਹੁੰਚਦੇ, ਆਪਣੇ ਆਪ ਨੂੰ ਇੱਕ ਤਰੀਕੇ ਨਾਲ ਕਾਮ ਡਾਊਨ ਕਰਨ ਲਈ, ਜਾਂ ਫਿਰ ਉਸ ਨੌਲੇਜ ਨੂੰ, ਉਸ ਚੀਜ਼ ਨੂੰ ਸਮਝਣ ਲਈ, ਜਾਂ ਅਸੈਪਟੈਂਸ ਤੱਕ ਪਹੁੰਚਣ ਲਈ ਕਿ ਸਾਨੂੰ ਜ਼ਰੂਰਤ ਹੈਗੀ ਇਸ ਚੀਜ਼ ਦੀ? ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗੀ ਕਿ ਮਾਈਂਡਫੁਲਨੈਸ ਬਹੁਤ ਜ਼ਰੂਰੀ ਹੈ। ਮਾਈਂਡਫੁਲਨੈਸ ਹੁੰਦੀ ਕੀ ਹੈ? ਮਾਈਂਡਫੁਲਨੈਸ ਦਾ ਮੀਨਿੰਗ ਹੈ ਕਿ ਬੀਇੰਗ ਇਨ ਪ੍ਰੈਜ਼ੈਂਟ, ਨਾਨ ਜਜਮੈਂਟਲੀ, ਕੋਈ ਆਪਾਂ ਕਹਿ ਦਈਏ ਕਿ ਪਰਪਸਲੀ ਕਿਸੇ ਚੀਜ਼ ਨੂੰ ਕਰਨਾ। ਫॉर ਐਗਜ਼ਾਮਪਲ ਜਿੱਦਾਂ ਹੁਣ ਆਪਾਂ ਅੱਜ ਸ਼ੋਅ ਕਰ ਰਹੇ ਹਾਂ, we are doing it purposely, we are mindful for that ਕਿ ਅਸੀਂ ਅੱਜ ਕਰ ਰਹੇ ਹਾਂ ਕੰਮ, ਰਾਈਟ। ਮਾਈਂਡਫੁਲਨੈਸ ਹਰ ਜਗ੍ਹਾ ਤੇ ਲਾਗੂ ਹੁੰਦੀ ਹੈ। ਹੁਣ ਜੇ ਤੁਹਾਨੂੰ ਪਤਾ ਹੋਵੇ ਕਿ ਅੱਜ ਦਾ ਸ਼ੋਅ ਹੈ ਤਾਂ ਤੁਸੀਂ ਪ੍ਰੈਜ਼ੈਂਟ ਪਾਸਟ 'ਚ ਛੱਡ ਕੇ ਫਿਊਚਰ 'ਚ ਪਹੁੰਚ ਜਾਓ। ਆਪਾਂ ਸੋਚਣ ਲੱਗ ਜਾਈਏ ਕਿ ਪਤਾ ਨਹੀਂ ਫਿਊਚਰ ਵਾਲਾ ਜਿਹੜੇ ਆਪਣੇ ਆਪਾਂ ਜਦੋਂ ਅਪਲੋਡ ਕਰਨਾ ਆ ਇਹ ਵਧੀਆ ਜਾਊਗਾ ਨਹੀਂ ਜਾਊਗਾ, ਕੀ ਕਮੈਂਟਸ ਆਉਣਗੇ ਕੀ ਨਹੀਂ ਆਉਣਗੇ, ਉਹਨੂੰ ਓਵਰ ਥਿੰਕਿੰਗ ਨੇ ਆਪਾਂ ਨੂੰ ਡਿਪਰੈਸ਼ਨ ਐਂਜ਼ਾਈਟੀ ਦੇਣੀ ਹੈ, ਰਾਈਟ। ਰਾਦਰ ਦੈਨ ਬੀਇੰਗ ਪ੍ਰੈਜ਼ੈਂਟ, ਰਾਦਰ ਦੈਨ ਬੀਇੰਗ ਮਾਈਂਡਫੁਲ ਕਿ ਅਸੀਂ ਇਹ ਸ਼ੋਅ ਕਰ ਰਹੇ ਹਾਂ, ਓਬਵੀਅਸਲੀ ਵਧੀਆ ਹੋਊਗਾ, ਆਪਾਂ ਇਸ ਰਿਗਾਰਡਿੰਗ ਗੱਲ ਕਰਨੀ ਹੈ, ਇਸ ਮੂਮੈਂਟ ਨੂੰ ਤਾਂ ਆਪਾਂ ਜਿਉਂਦੇ ਹੀ ਨਹੀਂ ਪਏ,
ਹੈ ਨਾ। ਤੇ ਮਾਈਂਡਫੁਲਨੈਸ ਇਦਾਂ ਦੀ ਚੀਜ਼ ਆ ਜਿਹੜੀ ਤੁਹਾਨੂੰ ਡਿਪਰੈਸ਼ਨ ਐਂਡ ਐਂਜ਼ਾਈਟੀ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਬਿਮਾਰੀਆਂ ਨੇ ਜਿਨ੍ਹਾਂ 'ਚ ਹੈਲਪ ਕਰਦੀ ਆ। ਕਿਉਂਕਿ ਦੇਖੋ ਪਾਸਟ ਤੇ ਫਿਊਚਰ ਕੀ ਨੇ? ਪਾਸਟ ਉਹ ਹੈ ਜੋ ਅੱਜ ਦਾ ਪ੍ਰੈਜ਼ੈਂਟ ਸੀ, ਹੈ ਨਾ। ਫਿਊਚਰ ਕੀ ਹੈ? ਜੋ ਆਉਣ ਵਾਲਾ ਪ੍ਰੈਜ਼ੈਂਟ ਹੈ ਤੇ ਪ੍ਰੈਜ਼ੈਂਟ ਹੀ ਹੈ ਨਾ। ਤਾਂ ਫਿਰ ਆਪਾਂ ਪ੍ਰੈਜ਼ੈਂਟ ਨੂੰ ਕਿਉਂ ਨਹੀਂ ਜੀ ਸਕਦੇ? ਖੁਸ਼ ਹੋ ਕੇ ਕਿਉਂ ਨਹੀਂ ਰਹਿ ਸਕਦੇ? ਆਪਾਂ ਐਕਸੈਪਟ ਕਿਉਂ ਨਹੀਂ ਕਰ ਸਕਦੇ ਜੋ ਪ੍ਰੈਜ਼ੈਂਟ 'ਚ ਹੁੰਦਾ ਪਿਆ ਰਾਦਰ ਦੈਨ ਫਿਊਚਰ 'ਚ ਜਾ ਕੇ ਸੋਚਣ ਦੇ ਉਸ ਚੀਜ਼ ਨੂੰ। ਐਂਡ ਦੈਨ ਇਟਸ ਵੈਰੀ ਇੰਪੋਰਟੈਂਟ ਟੂ ਨੋ ਕਿ ਕੀ ਰੀਅਲ ਹੈ ਤੇ ਕੀ ਫੇਕ ਹੈ। ਜਦੋਂ ਤੱਕ ਆਪਾਂ ਨੂੰ ਇਹੀ ਨਹੀਂ ਪਤਾ ਕਿ ਜੋ ਆਪਾਂ ਉਹਨਾਂ 'ਚ ਸੋਚ ਰਹੇ ਹਾਂ ਕਿ ਕੱਲ ਨੂੰ ਮੇਰੇ ਸ਼ੋਅ ਦੇ ਵਿੱਚ ਸ਼ਾਇਦ ਹੋ ਸਕਦਾ ਕਿ ਵਧੀਆ ਕਮੈਂਟਸ ਨਾ ਆਉਣ, ਇੱਦਾਂ ਨਾ ਹੋਣ, ਉੱਦਾਂ ਨਾ ਹੋਣ, ਉਹ ਰੀਅਲ ਹੈ ਵੀ ਜਾਂ ਫੇਕ ਹੈ we never know। ਹੋ ਸਕਦਾ ਵਧੀਆ ਹੋਵੇ ਤੇ ਜੋ ਅੱਜ ਦੀ ਫਿਰ ਮੇਰੀ ਮੈਂਟੈਲਿਟੀ ਹੋ ਗਈ ਹੈ ਨਾ, ਮੇਰੀ ਮਾਈਂਡਫੁਲਨੈਸ ਹੋ ਗਈ ਤੇ ਫੇਕ ਹੋ ਗਈ, ਰਾਈਟ। ਤਾਂ ਉਹ ਚੀਜ਼ ਨੂੰ ਸੋਚਣਾ ਵੀ ਬਹੁਤ ਜ਼ਰੂਰੀ ਹੈ ਤੇ ਇਹ ਇੱਕ ਕੋਪਿੰਗ ਟੈਕਨੀਕ ਹੈ ਉਹਦੇ ਵਾਸਤੇ। ਹੁਣ ਇਹਦੇ ਵਿੱਚ ਆਪਾਂ ਕਰ ਕੀ ਸਕਦੇ ਤੇ ਬੈਨੀਫਿਟਸ ਕੀ ਨੇ ਐਕਚੁਅਲ ਦੇ ਵਿੱਚ ਕਿ ਤੁਹਾਨੂੰ ਇਹ ਫੋਕਸਡ ਕਰਦਾ ਆ ਕਿਸੇ ਵੀ ਕਨਸੈਪਟ ਰਿਲੇਟਡ, ਠੀਕ ਆ। ਤੁਹਾਡੀ ਕੋਗਨੀਟਿਵ ਜਿਹੜੀ ਹੈਗੀ ਆਪਣੀ ਬਿਹੇਵੀਅਰ ਹੁੰਦਾ ਉਹਦੇ ਵਿੱਚ ਹੈਲਪ ਕਰਦਾ ਆ, ਤੁਹਾਡੀ ਕੰਕਰੀਟ ਥਿੰਕਿੰਗ ਨੂੰ ਬਹੁਤ ਵਧੀਆ ਕਰਦਾ ਆ। ਐਂਡ ਮੋਰ ਓਵਰ ਜਦੋਂ ਆਪਾਂ ਜਾਣਦੇ ਕਿ ਇਮੋਸ਼ਨਸ ਦੀ ਜਿਹੜੀ ਸਟੇਬਿਲਿਟੀ ਹੈ ਉਹ ਇਹਦੇ ਨਾਲ ਹੁੰਦੀ ਹੈ। ਕਿੱਦਾਂ? ਹੁਣ ਮਾਈਂਡਫੁਲਨੈਸ ਦੇ ਵਿੱਚ ਮੈਂ ਕਈ ਵਾਰੀ ਐਗਜ਼ਾਮਪਲਸ ਦਿੱਤੀਆਂ ਨੇ ਕਿ ਤੁਸੀਂ ਯੋਗਾ ਕਰ ਸਕਦੇ ਹੋ, ਬਰੀਦਿੰਗ ਕਰ ਸਕਦੇ ਹੋ, ਹੈ ਨਾ। ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਰਿਲੈਕਸ ਕਰਨਾ, ਕਮ ਡਾਊਨ ਕਰਨਾ, ਕਾਫੀ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਕਈਆਂ ਲਈ ਡਿਫਰੈਂਟ ਵੇਜ਼ ਵੀ ਹੁੰਦੇ ਨੇ, ਕਈਆਂ ਨੂੰ ਵਾਕ 'ਤੇ ਜਾਣਾ ਵਧੀਆ ਲੱਗਦਾ ਆ। ਤਾਂ ਜਦੋਂ ਆਪਾਂ ਗੱਲ ਕਰਦੇ ਹਾਂ ਮਾਈਂਡਫੁਲਨੈਸ ਦੇ ਵਿੱਚ ਕੋਪਿੰਗ ਟੈਕਨੀਕਸ ਦੀ, ਤਾਂ ਉਹਦੇ ਵਿੱਚ ਨਾ ਆਪਾਂ 5 ਸੈਂਸਿਸ ਨੂੰ ਲੈਂਦੇ ਹਾਂ। ਉਹ ਰੀਜ਼ਨ ਹੁੰਦਾ ਹੈ ਡਿਸਟਰੈਕਟ ਕਰਨ ਲਈ ਆਪਣੇ ਆਪ ਨੂੰ। ਜਦੋਂ ਆਪਾਂ ਐਂਜ਼ਾਈਟੀ ਵਿੱਚ ਜਾ ਰਹੇ ਹੁੰਦੇ ਹਾਂ, ਡਿਪਰੈਸ਼ਨ 'ਚ ਜਾ ਰਹੇ ਹੁੰਦੇ, ਆਪਾਂ ਬਹੁਤ ਜ਼ਿਆਦਾ ਫਿਊਚਰ 'ਚ, ਆਪਾਂ ਬਹੁਤ ਜ਼ਿਆਦਾ ਪਾਸਟ 'ਚ ਆ, ਤਾਂ ਪ੍ਰੈਜ਼ੈਂਟ ਜਾਣ ਵਾਸਤੇ ਤਾਂ ਥੋੜ੍ਹੀ ਜਿਹੀ ਡਿਸਟਰੈਕਸ਼ਨ ਬਹੁਤ ਹੈਲਪ ਕਰਦੀ ਆ। ਡਿਸਟਰੈਕਸ਼ਨ ਇਜ਼ ਨਾਟ ਆਲਵੇਜ਼ ਬੈਡ, ਜਿੱਦਾਂ ਆਪਾਂ ਸਟ੍ਰੈਸ ਨੂੰ ਕਹਿ ਦਿੰਦੇ ਹਾਂ, ਹੈ ਨਾ। ਕੋਈ ਵੀ ਚੀਜ਼ ਹੈ ਜਿਹੜੀ ਆਪਾਂ ਨੂੰ ਨੈਗੇਟਿਵ ਨਹੀਂ ਲੈ ਸਕਦੇ, ਕੋਈ ਕਿਤੇ ਨਾ ਕਿਤੇ ਜਾ ਕੇ ਪੋਜ਼ੀਟਿਵ ਆਉਂਦੀ ਆ, ਤੇ ਡਿਸਟਰੈਕਸ਼ਨ ਇੱਥੇ ਬਹੁਤ ਪੋਜ਼ੀਟਿਵਲੀ ਕੰਮ ਹੁੰਦੀ ਹੈ। ਕਿੱਦਾਂ? ਹੁਣ 5 ਸੈਂਸਿਸ ਆਪਣੀਆਂ ਹੋ ਗਈਆਂ, ਜਿਵੇਂ ਟੇਸਟ, ਸਾਊਂਡ ਹੋ ਗਿਆ, ਹੈ ਨਾ, ਸੁਣਨਾ, ਜਾਂ ਫਿਰ ਦੇਖਣਾ ਹੋ ਗਿਆ, ਛੂਣਾ ਹੋ ਗਿਆ, ਹੈ ਨਾ, ਐਂਡ ਖਾਣਾ ਹੋ ਗਿਆ। ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਸੈਂਸਿਸ ਦੇ ਵਿੱਚ ਜਾਂਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਜੇ ਕੁਛ ਆਪਾਂ ਵਧੀਆ ਚੀਜ਼ ਦੇਖਣ ਲੱਗ ਜਾਂਗੇ, ਮੂਵੀ ਦੇਖਣ ਲੱਗ ਜਾਂਗੇ, ਆਪਾਂ ਨੂੰ ਉਹਦਾ ਫਾਇਦਾ ਹੁੰਦਾ ਹੈ ਨਾ। ਕੋਈ ਚੀਜ਼ ਸੁਣਨੀ, ਸ਼ਬਦ ਸੁਣਨੇ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਕਿ ਬੱਚਾ ਕਹਿੰਦਾ ਮੈਨੂੰ ਸੁਣਨਾ ਵਧੀਆ ਲੱਗਦਾ ਆ, ਗਾਣੇ ਸੁਣਨੇ। ਤੇ ਟੱਚ ਕਰਨਾ ਕਿਸੇ ਚੀਜ਼ ਨੂੰ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਸਟ੍ਰੈਸ ਰਿਲੀਵਿੰਗ ਬਾਲਸ ਹੁੰਦੀਆਂ ਨੇਗੀਆਂ, ਹੈ ਨਾ, ਫਿਜਟਸ ਹੁੰਦੇ ਨੇ। ਐਂਡ ਈਵਨ ਦੋ ਉਹਨਾਂ ਨੂੰ ਛੱਡ ਕੇ ਕਈ ਇੱਦਾਂ ਦੀਆਂ ਜੋ ਪੇਂਟਿੰਗਸ ਹੋ ਗਈਆਂ, ਹੈ ਨਾ, ਇਟ ਕੁਡ ਬੀ ਐਨੀਥਿੰਗ। ਕਲੇ ਡੋਜ਼ ਹੁੰਦੀਆਂ ਨੇ ਕਾਫੀ ਤਰ੍ਹਾਂ ਦੇ ਜੋ ਸਟ੍ਰੈਸ ਰਿਲੀਵਿੰਗ ਹੁੰਦੀਆਂ, ਹੈਲਪ ਕਰਦੀਆਂ ਨੇਗੀਆਂ। ਟੇਸਟ ਹੋ ਗਿਆ, ਖਾਣਾ ਪੀਣਾ ਹੋ ਗਿਆ, ਕੁਛ ਵਧੀਆ ਹੋ ਗਿਆ, ਹੈ ਨਾ, ਵਾਕਿੰਗ 'ਤੇ ਜਾਣਾ ਹੋ ਗਿਆ। ਕਾਫੀ ਸਾਰੀ ਇੱਦਾਂ ਦੇ ਕੋਪਿੰਗ ਟੈਕਨੀਕਸ ਨੇਗੀਆਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ ਫॉर ਬੀਇੰਗ ਮਾਈਂਡਫੁਲ। ਤੇ ਇਹਦੇ ਨਾਲ ਹੀ ਆਪਾਂ ਇਮੋਸ਼ਨਸ ਨੂੰ ਵੀ ਅਟੈਚ ਕਰਦੇ ਹਾਂ, ਕਿਉਂਕਿ ਜਦੋਂ ਤੁਸੀਂ ਆਪਣੇ ਇਮੋਸ਼ਨ ਨੂੰ ਅਸੈਪਟ ਕਰਨ ਦੇ ਕਾਬਿਲ ਹੋ ਜਾਂਦੇ ਹੋ, ਕਿਉਂਕਿ ਜਦੋਂ ਤੁਸੀਂ ਮਾਈਂਡਫੁਲ ਹੋਵੋਗੇ, ਠੀਕ ਆ, ਮੈਂ ਰੋਣਾ ਆ, ਅੱਜ ਦੇ ਟਾਈਮ 'ਚ ਰੋਣਾ, ਅੱਜ ਰੋਣਾ ਤਾਂ ਮੈਂ ਰੋ ਰਹੀ ਹਾਂ, ਰਾਈਟ। ਤਾਂ ਅਸੈਪਟੈਂਸ ਹੋ ਗਈ ਤੁਹਾਡੀ, ਠੀਕ ਹੈ, ਅੱਜ ਰੋਲੇ ਖਤਮ ਹੋ ਗਈ ਕਹਾਣੀ, ਕੱਲ ਦੀ ਗੱਲ ਦੇਖੀ ਜਾਊਗੀ। ਅਸੈਪਟੈਂਸ ਇਜ਼ ਵੈਰੀ ਇੰਪੋਰਟੈਂਟ, ਜੋ ਆਪਾਂ ਕਰਦੇ ਨਹੀਂ। ਆਪਣੇ ਤੋਂ ਗਲਤੀ ਵੀ ਹੋ ਜਾਂਦੀ ਹੈ, ਆਪਾਂ ਉਹਦੀ ਵੀ ਅਸੈਪਟੈਂਸ ਕਈ ਵਾਰੀ ਕਰਦੇ ਨਹੀਂ ਗੇ, ਕਿਉਂਕਿ ਆਪਾਂ ਨੂੰ ਉਹ ਔਖੀ ਲੱਗਦੀ ਹੈ ਅਸੈਪਟ ਕਰਨੀ। ਇੱਦਾਂ ਹੀ ਇਮੋਸ਼ਨਸ ਆ ਕਿ ਇਮੋਸ਼ਨਸ ਨੂੰ ਅਸੈਪਟ ਕਰਨਾ ਆਪਾਂ ਨੂੰ ਔਖਾ ਲੱਗਦਾ ਆ। ਹੁਣ ਆਪਾਂ ਤੋਂ ਕੋਈ ਗਲਤੀ ਹੋਈ, ਉਹ ਵੀ ਤਾਂ ਇਮੋਸ਼ਨ ਆ ਨਾ, ਕਿ ਆਪਾਂ ਨੇ ਆਪਣੇ ਇਮੋਸ਼ਨ 'ਚ ਐਂਗਰ ਆ ਗਿਆ, ਸ਼ੇਮ ਆ ਗਈ, ਉਹ ਅਸੈਪਟ ਨਹੀਂ ਕਰਨੀ, ਪਰ ਉਹਦੇ ਉੱਪਰ ਅਲੱਗ ਇਮੋਸ਼ਨ ਆ ਜਾਂਦਾ ਆ। ਤਾਂ ਇਹਦੇ ਨਾਲ ਹੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਇਮੋਸ਼ਨਸ ਤੁਹਾਡੇ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਪਾਰਟ ਜਿਹੜਾ ਆ ਨਾ, ਰੋਲ ਜਿਹੜਾ ਕਰਨੇ ਆਪਾਂ ਅਦਾ ਕਰਦੇ ਨੇ, ਤੇ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ, ਨਾਮ ਦੇਣਾ ਬਹੁਤ ਜ਼ਰੂਰੀ ਆ, ਅਸੈਪਟ ਕਰਨਾ ਬਹੁਤ ਜ਼ਰੂਰੀ ਆ, ਐਕਨੋਲੇਜ ਕਰਕੇ ਆਪਣੇ ਆਪ ਨੂੰ ਦੁਬਾਰਾ ਰਿਲੈਕਸ ਵਾਲੇ ਸਰਕਲ 'ਚ ਆਉਣਾ ਬਹੁਤ ਜ਼ਰੂਰੀ ਆ। ਨਵਜੋਤ, ਤੁਹਾਡੇ ਸਾਰੀ ਜਿਹੜੀ ਇਨਫੋਰਮੇਸ਼ਨ ਤੁਸੀਂ ਸਾਨੂੰ ਪ੍ਰੋਵਾਈਡ ਕੀਤੀ ਹੈ ਇਹ ਬਹੁਤ ਵਧੀਆ ਸੀਗੀ। ਥੈਂਕ ਯੂ। ਅਸੀਂ ਮੇਰੇ ਦਰਸ਼ਕਾਂ ਨੂੰ ਅਸੀਂ ਫਿਰ ਤੋਂ ਇੱਕ ਅਗਲੇ ਮਹੀਨੇ ਤੁਹਾਡੇ ਸਾਹਮਣੇ ਪ੍ਰਸਤੁਤ ਹੋਣਗੇ ਇੱਕ ਨਵੀਂ ਗੱਲਬਾਤ ਲੈ ਕੇ। ਜੇ ਤੁਹਾਨੂੰ ਕੋਈ ਪਾਰਟਿਕੂਲਰ ਟੌਪਿਕ ਡਿਸਕਸ ਕਰਨਾ ਚਾਹੁੰਦੇ ਜਾਂ ਤੁਸੀਂ ਉਹਨਾਂ ਦੇ ਬਾਰੇ ਹੋਰ ਨੌਲੇਜ ਲੈਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਅਗਲੇ ਮਹੀਨੇ ਫਿਰ ਤੋਂ ਅਸੀਂ ਨਵਜੋਤ ਦੇ ਨਾਲ ਗੱਲ ਕਰਾਂਗੇ ਤੇ ਉਹ ਤੁਹਾਨੂੰ ਫਿਰ ਤੋਂ ਹੋਰ ਐਡਵਾਈਸ ਦੇਣਗੀਆਂ। ਤਦ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।